जन्म तुम्हारे लेखे, 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 जन्म तुम्हारे लेखे। बहुत जन्म बिछरे थे माधो, एहो जन्म तुम्हारे लेखे। कह रविदास आस लग जीवों, चिर भयो दर्शन देखे। जन्मा जन्मा तो विछोड़े पैंदे आए ने, हुण ना विछोड़ी मालका। जन्मा जन्मा तो विछोड़े पैंदे आए ने, हुण ना विछोड़ी मालका। जन्मा जन्मा तो विछोड़े पैंदे आए ने, हुण ना विछोड़ी मालका। जन्मा जन्मा तो विछोड़े पैंदे आए ने, हुण ना विछोड़ी मालका। जन्मा जन्मा तो विछोड़े पैंदे आए ने, हुण ना विछोड़ी मालका। जन्मा जन्मा तो विछोड़े पैंदे आए ने, हुण ना विछोड़ी मालका। जन्मा जन्मा तो विछोड़े पैंदे आए ने, हुण ना विछोड़ी मालका। जन्मा जन्मा तो विछोड़े पैंदे आए ने, हुण ना विछोड़ी मालका। जन्मा जन्मा तो विछोड़े पैंदे आए ने, विछोड़ी मालका। जन्मा जन्मा तो विछोड़े पैंदे आए ने, हुण ना विछोड़ी मालका। परम सन्मान योग जुगो जुग अटल श्री गुरु ग्रंथ साहिब पातशाह दी पावन और पवित्र हजूरी विच जिन्नी भी संगत बैठ कर के हाजरी भर रहे हों, आओ सब तो पहला सतगुरु जी की बख्शिश दोहराइए। शरदा भावना प्यार सत्कार दे नाल सब माई भाई फतेह बुलाओ। कोई भी रसना वांझी ना रवे। सारी संगत आखो वाहिगुरु जी का खालसा वाहिगुरु जी की फतेह। सतगुरु जी ने कृपा कीती है, गुरु चरना विच बैठ के सतसंगत की हाजरी भरन का समा आपां नूं प्राप्त होया है। हुणे हुणे आपां सतगुरु रविदास महाराज जी का पावन शब्द पढ़िया। बहुत जन्म बिछरे थे माधो, एहो जन्म तुम्हारे लेखे। कह रविदास आस लग जीवों, चिर भयो दर्शन देखे। ਇਹਦਾ ਭਾਵ ਇਹ ਹੈ ਕਿ ਕਈ ਜਨਮਾਂ ਤੋਂ ਅਸੀਂ ਸੰਸਾਰ ਵਿੱਚ ਕਦੇ ਜੰਮੇ ਕਦੇ ਮਰੇ ਗੁਰਮੁਖੋ, ਕਦੇ ਕਿਸ ਜੂਨੀ 'ਚ ਪਏ ਕਦੇ ਕਿਸ ਜੂਨੀ 'ਚ, ਪਰ ਪਰਮੇਸ਼ਰ ਨਾਲੋਂ ਵਿਛੜਦੇ ਹੀ ਰਹੇ ਗੁਰਮੁਖ। ਤਾਂ ਹੀ ਲਿਖਿਆ ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ जन्म तुम्हारे लेखे। हे वाहिगुरु हुण मनुख बना के तैं सानू भेजिया, ये जन्म तुहाडे लेखे लाउणा चाहुंदे आ। किरपा करो, रहमत करो, असीं आप जी दे चरना कमलों दे नाल जुड़े रहिए। देखो बाणी पढ़ीए, गुरबाणी नूं अपने जीवन विच कमाउणा है कि साडा जिहड़ा जीवन है ये हुण परमेश्वर दे लेखे लगे। वध तो वध धर्म करो,
ਪੁੰਨ ਦਾਨ ਕਰੋ ਜਿੰਨਾ ਹੋ ਸਕਦਾ, ਵੱਧ ਤੋਂ ਵੱਧ ਹੀ ਨਾਮ ਜਪਣਾ ਚਾਹੀਦਾ। ਪੁਰਾਣਾ ਇਤਿਹਾਸ ਜਦੋਂ ਪੜ੍ਹੀਦਾ ਹੈ, ਉਹ ਵੀ ਸਮਾਂ ਸੀ ਗੁਰਮੁਖ ਪਿਆਰਿਓ, ਜਦੋਂ ਸਾਡੇ ਸਮਾਜ ਵਿੱਚ ਵੰਡੀਆਂ ਪਾਈਆਂ ਗਈਆਂ। ਨਾਮ ਜਪਣ ਦਾ ਹੱਕ ਨਹੀਂ ਸੀ ਦਿੱਤਾ ਜਾਂਦਾ, ਧਰਮ ਥਾਵਾਂ ਤੇ ਨਹੀਂ ਸੀ ਜਾ ਸਕਦੇ, ਤੇ ਬੜੀ ਭੈੜੀ ਦੁਰਦਸ਼ਾ ਸੀ ਗੁਰਮੁਖ, ਖਾਸ ਕਰਕੇ ਗਰੀਬ ਜਨਤਾ। ਤੇ ਉਦੋਂ ਦੁਨੀਆ ਤਰਸਦੀ ਹੁੰਦੀ ਕਿਤੇ ਸਾਨੂੰ ਵੀ ਨਾਮ ਜਪਣ ਦਾ ਹੱਕ ਮਿਲੂਗਾ, ਅਸੀਂ ਵੀ ਧਰਮ ਕਰ ਲਾਂਗੇ। ਇਹ ਤਾਂ ਸਤਿਗੁਰ ਕਿਰਪਾ ਕਰ ਗਏ। ਕਲਯੁਗ ਦੇ ਸਮੇਂ ਵਿੱਚ ਗੁਰੂ ਨਾਨਕ ਦੇ ਮਹਾਰਾਜ ਸੰਸਾਰ ਵਿੱਚ ਪ੍ਰਗਟ ਹੋਏ। ਗੁਰੂ ਨਾਨਕ ਦਾ ਘਰ ਐਸਾ ਇੱਕ ਗਿਆਨ ਦਾ ਕੇਂਦਰ ਹੈ ਜਿਹਨੇ ਸਾਡੇ ਵਿੱਚੋਂ ਜਾਤ ਪਾਤ ਖਤਮ ਕੀਤੀ, ਜਿਹਨੇ ਭੇਦ ਭਾਵ ਮਿਟਾਤਾ। 10ਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਇਨ ਗਰੀਬ ਸਿੱਖਣ ਕੋ ਦਊ ਪਾਤਸ਼ਾਹੀ। ਕਹਿੰਦੇ ਜਿਨ੍ਹਾਂ ਨੂੰ ਸੰਸਾਰ ਨੇ ਨਿਮਾਣੇ ਗਰੀਬ ਸਮਝਿਆ, ਸ਼ੂਦਰ ਕਿਹਾ, ਅਸੀਂ ਇਹਨਾਂ ਨੂੰ ਹੀ ਪਾਤਸ਼ਾਹੀਆਂ ਦੇਣੀਆਂ। ਆਖੋ ਸਤਿਨਾਮ। ਦੇਖੋ ਫਿਰ ਜੋ ਕਿਹਾ ਉਹ ਤੇ ਪਹਿਰਾ ਵੀ ਦਿੱਤਾ, ਕਰਕੇ ਵੀ ਵਿਖਾਤਾ ਗੁਰਮੁਖ। ਆਪਣੇ ਲਾਗੇ ਦਮਦਮਾ ਸਾਹਿਬ ਹੈ, ਜਾਓ ਗੁਰੂ ਮਹਾਰਾਜ ਦੇ ਪਾਵਨ ਸਥਾਨ ਦੇ ਦਰਸ਼ਨ ਕਰਨ, ਤੇ ਨਾਲ ਹੀ ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ ਜੀ, ਉਹਨਾਂ ਨੂੰ ਵੀ ਮਾਲਕ ਨੇ ਪਿੱਛੇ ਨਹੀਂ ਛੱਡਿਆ, ਬਰਾਬਰ ਗੁਰਦੁਆਰਾ ਸਾਹਿਬ ਬਣਿਆ। ਆਖੋ ਸਤਿਨਾਮ। ਸਾਡੇ ਵਿੱਚੋਂ ਭੇਦ ਭਾਵ ਖਤਮ ਕੀਤਾ, ਵੰਡੀਆਂ ਖਤਮ ਕਰਤੀਆਂ ਸਤਿਗੁਰ ਨੇ। ਤੇ ਆਪਾਂ ਨੂੰ ਵੀ ਚਾਹੀਦਾ ਹੈ ਸਤਿਗੁਰ ਦੇ ਦੱਸੇ ਮਾਰਗ ਅਨੁਸਾਰ ਚੱਲੀਏ। ਪਰ ਇਹ ਭੇਦ ਭਾਵ ਖਤਮ ਪਤਾ ਕਿੰਨਾ ਦਾ ਹੋਇਆ ਹੈ? ਜਿਹੜੇ ਗੁਰੂ ਦੇ ਚਰਨੀ ਲਾਗੇ ਗੁਰਮੁਖ। ਤੇ ਜਿਨ੍ਹਾਂ ਨੂੰ ਅਜੇ ਵੀ ਸਮਝ ਨਹੀਂ ਆਈ, ਨਾ ਵਿਦਿਆ ਪੜ੍ਹੀ, ਨਾ ਗੁਰੂ ਵਾਲੇ ਬਣੇ, ਅੰਮ੍ਰਿਤ ਛਕਿਆ, ਨਾ ਬਾਣੀ ਪੜ੍ਹਨੀ ਹੈ, ਨਸ਼ੇ ਪੱਤਿਆਂ ਵਿੱਚ ਗਲਤਾਨ, ਹੋਰ ਮਾੜੇ ਕੰਮਾਂ ਵਿੱਚ ਫਸੇ ਹੋਏ ਹੈ, ਉਹੇ ਜਿਹਿਆਂ ਨੂੰ ਨਹੀਂ ਥਾਂ ਮਿਲਦੀ ਗੁਰਮੁਖ ਪਿਆਰਿਓ। ਹਾਂ, ਸਤਿਗੁਰ ਕਿਰਪਾ ਕਰਦੇ ਉਹ ਗੱਲ ਵੱਖਰੀ ਹੈ। ਮਾਲਕ ਦਇਆ ਕਰੇ, ਰਹਿਮਤ ਕਰੇ। ਆਪਾਂ ਤਾਂ ਅਰਦਾਸ ਕਰੋ, ਸਤਿਗੁਰ ਤੇਰੇ ਭਾਣੇ ਸਰਬੱਤ ਦਾ ਭਲਾ, ਬੁਰਿਆਂ ਨੂੰ ਵੀ ਚੰਗੇ ਬਣਾਓ। ਆਪਣੀ ਤਾਂ ਇਹ ਅਰਦਾਸ ਹੈ, ਪਰ ਸਚਾਈ ਨੂੰ ਵੀ ਕਬੂਲਣਾ ਪੈਣਾ। ਜਿਹੜੇ ਮਾਲਕ ਦੇ ਬਚਨ ਸੁਣ ਕੇ ਚੰਗੇ ਪਾਸੇ ਤੁਰ ਪਏ, ਉਹਨਾਂ ਦਾ ਸਤਿਕਾਰ ਹੋ ਰਿਹਾ ਤੇ ਹੁੰਦਾ ਵੀ ਰਹੂਗਾ। ਆਖੋ ਸਤਿਨਾਮ। ਮੇਰੇ ਸਤਿਗੁਰੂ ਸਮਝਾਉਂਦੇ ਨੇ, ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਮਾਲਕਾ ਬਹੁਤ ਸਮਾਂ ਹੋ ਗਿਆ, ਆਪ ਜੀ ਦੇ ਦਰਸ਼ਨ ਨਹੀਂ ਹੋਏ, ਹੁਣ ਕਿਰਪਾ ਕਰੋ ਸਾਨੂੰ ਆਪਣੇ ਬਣਾ ਲਓ। ਅਰਦਾਸ ਕਰਨੀ ਹੈ, ਗੁਰਬਾਣੀ ਪੜ੍ਹੋ, ਸੁਣੋ, ਸਮਝੋ। ਹਮ ਸਰ ਦੀਨ ਦਇਆਲ ਨਾ ਤੁਮ ਸਰ। ਇਹ ਸਤਿਗੁਰੂ ਸਾਡੇ ਵਰਗਾ ਨਿਮਾਣਾ ਕੋਈ ਨਹੀਂ, ਤੇ ਤੇਰੇ ਵਰਗਾ ਦਇਆਲੂ ਵੀ ਕੋਈ ਨਹੀਂ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤੀਆਰ ਕਿਆ ਕੀਜੈ। ਹੁਣ ਦੱਸੋ ਮਾਲਕ ਜੀ ਅਸੀਂ ਕੀ ਕਰੀਏ? ਬਚਨੀ ਤੋਰ ਮੋਰ ਮਨ ਮਨ, ਜਨ ਕੋ ਪੂਰਨ ਦੀਜੈ। ਕਹਿੰਦੇ ਆਪ ਜੀ ਦੇ ਬਚਨ ਮੰਨ ਕੇ ਅਸੀਂ ਭਜਨ ਸਿਮਰਨ ਸੇਵਾ ਕਰਨ ਲੱਗੇ, ਪਰ ਹੁਣ ਵਿਰੋਧ ਵੀ ਬੜਾ ਹੁੰਦਾ ਹੈ। ਇਹ ਬਚਨ ਰਵਿਦਾਸ ਮਹਾਰਾਜ ਜੀ ਨੇ ਉਦੋਂ ਲਿਖੇ ਜਦੋਂ ਇਹਨਾਂ ਨੂੰ ਨਾਮ ਜਪਣ ਤੋਂ, ਧਰਮ ਕਰਮ ਤੋਂ ਰੋਕਿਆ ਜਾ ਰਿਹਾ ਸੀ। ਇਹ ਮਾਲਕ ਆਪ ਜੀ ਦੇ ਬਚਨ ਮੰਨ ਕੇ ਅਸੀਂ ਧਰਮ ਦੇ ਰਾਹ ਤੇ ਤੁਰ ਪਏ। ਸਾਡਾ ਤਾਂ ਮਨ ਮੰਨ ਗਿਆ, ਪਰ ਹੁਣ ਤੁਸੀਂ ਕਰੋ ਸਹਾਇਤਾ, ਫਿਰ ਹੋਵੋ ਸਹਾਈ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤੀਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ। ਪੂਰੀ ਸਹਾਇਤਾ ਕਰੋ।
ਹਉ ਬਲ ਬਲ ਜਾਉ ਰਮਈਆ ਕਾਰਨੇ। ਇਹ ਦਾਤਾ ਜੀ ਅਸੀਂ ਬਲਿਹਾਰ ਜਾਣੇ ਆ, ਵਾਰੀ ਵਾਰੀ ਕੁਰਬਾਨ ਜਾਣੇ ਆਪ ਜੀ ਤੋਂ, ਪਰ ਕਾਰਨ ਦੱਸੋ, ਕਾਰਨ ਕਵਨ ਅਬੋਲ। ਤੁਸੀਂ ਸਾਡੇ ਨਾਲ ਕਿਉਂ ਨਹੀਂ ਬੋਲਦੇ, ਕਿਉਂ ਨਹੀਂ ਗੱਲਬਾਤ ਕਰਦੇ, ਕਿਉਂ ਨਹੀਂ ਦਰਸ਼ਨ ਦੇ ਰਹੇ? ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ। ਰਹਾਓ ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। हे ਮਾਲਕ ਜੀ ਕਰੋ ਸਹਾਇਤਾ। ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਦੇਖੇ ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਮੈਂ ਆਸਾ ਕਰ ਕਰ ਜੀਵਾਂ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਮੈਂ ਆਸਾ ਕਰ ਕਰ ਜੀਵਾਂ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਮੈਂ ਆਸਾ ਕਰ ਕਰ ਜੀਵਾਂ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਮੈਂ ਆਸਾ ਕਰ ਕਰ ਜੀਵਾਂ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਮੈਂ ਆਸਾ ਕਰ ਕਰ ਜੀਵਾਂ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਮੈਂ ਆਸਾ ਕਰ ਕਰ ਜੀਵਾਂ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ, ਚਿਰ ਹੋ ਗਿਆ ਦਰਸ਼ਨ ਦੇਖੇ ਨੂੰ। ਇਸ ਤਰ੍ਹਾਂ ਦੀ ਅਰਦਾਸ ਮਾਲਕ ਦੇ ਚਰਨਾਂ ਵਿੱਚ ਹਰੇਕ ਨੂੰ ਕਰਨੀ ਚਾਹੀਦੀ ਹੈ। ਤੇ ਜਿਹੜੇ ਅਰਦਾਸ ਬੇਨਤੀ ਮਾਲਕ ਦੇ ਚਰਨਾਂ 'ਚ ਕਰਦੇ ਨੇ, ਮੇਰੇ ਸਤਿਗੁਰ ਉਹਨਾਂ ਦੀ ਪੁਕਾਰ ਵੀ ਜ਼ਰੂਰ ਸੁਣਦੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਾਂ ਵੀ ਕੋਸ਼ਿਸ਼ ਕਰੋ ਭਾਈ, ਚੰਗੇ ਰਾਹ ਤੇ ਤੁਰੋ। ਦੇਖੋ ਸਤਿਗੁਰੂ ਨੇ ਸਾਡੇ ਤੇ ਬੜੀ ਕਿਰਪਾ ਕੀਤੀ। ਜਿਨ੍ਹਾਂ ਨੂੰ ਲੋਕ ਮੰਦਰਾਂ ਵਿੱਚ ਵੜਨ ਨਹੀਂ ਸੀ ਦਿੰਦੇ, ਨਾਮ ਨਹੀਂ ਸੀ ਜਪਣ ਦਿੰਦੇ, ਅੱਜ ਮਾਲਕ ਬਣੇ ਬੈਠੇ ਆ ਆਪਾਂ। ਕਿੱਡੀ ਕਿਰਪਾ ਦਾਤੇ ਨੇ ਕੀਤੀ। ਹੁਣ ਨਹੀਂ ਕੋਈ ਵਿਤਕਰਾ। ਹੁਣ ਤਾਂ ਜਿਨ੍ਹਾਂ ਨੂੰ ਲੋਕ ਸ਼ੂਦਰ ਸਮਝਦੇ ਸੀ, ਉਹਨਾਂ ਵਿੱਚੋਂ ਡਾਕਟਰ ਭੀਮ ਰਾਓ ਅੰਬੇਡਕਰ ਬਾਬਾ ਸਾਹਿਬ, ਜਿਨ੍ਹਾਂ ਨੇ ਕਾਨੂੰਨ ਲਿਖਿਆ, ਅੱਜ ਭਾਰਤ ਦੇ ਵਿੱਚ ਉਹਨਾਂ ਦਾ ਲਿਖਿਆ ਕਾਨੂੰਨ ਚੱਲਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿੱਡੀ ਕਿਰਪਾ ਮਾਲਕ ਨੇ ਕੀਤੀ, ਰਹਿਮਤ ਆਪਣੇ ਤੇ ਕੀਤੀ ਹੈ। ਸੰਭਾਲੋ ਆਪਣੇ ਵਿਰਸੇ ਨੂੰ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਇੱਥੋਂ ਤੱਕ ਰਹਿਮਤ ਕਰਤੀ, ਮਜਵੀ ਸਿੱਖ ਪਰਿਵਾਰਾਂ ਵਿੱਚੋਂ ਬਾਬਾ ਜੀਵਨ ਸਿੰਘ, ਭਾਈ ਜੈਤਾ ਜੀ। ਭਾਈ ਜੈਤਾ ਜੀ ਪਹਿਲਾ ਨਾਮ ਸੀ, ਬਾਅਦ ਵਿੱਚ ਅੰਮ੍ਰਿਤ ਛਕ ਕੇ ਜੀਵਨ ਸਿੰਘ ਬਣੇ ਗੁਰਮੁਖ। ਐਡੀ ਕਿਰਪਾ ਮਹਾਰਾਜ ਨੇ ਕੀਤੀ, ਉਹਨਾਂ ਨੂੰ ਗਲਵੱਕੜੀ ਪਾਈ ਹੈ ਗੁਰਮੁਖ। ਨਾਲੇ ਮਾਣ ਦਿੱਤਾ ਰੰਗਰੇਟਾ ਗੁਰੂ ਕਾ ਬੇਟਾ। ਕਿੱਡਾ ਸਤਿਕਾਰ ਬਖਸ਼ਿਆ ਭਾਈ। ਤੇ ਆਪਾਂ ਨੂੰ ਵੀ ਚਾਹੀਦਾ ਹੈ, ਜਿਹੜਾ ਮਾਣ ਅਦਬ ਸਤਿਕਾਰ ਸਤਿਗੁਰੂ ਜੀ ਨੇ ਦਿੱਤਾ ਉਹਨੂੰ ਸੰਭਾਲੋ। ਵੱਧ ਤੋਂ ਵੱਧ ਕੇਸ ਦਾੜੀਆਂ ਰੱਖੋ ਭਾਈ। ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਸਿੰਘ ਸਜੋ। ਇਹਦੇ ਵਿੱਚ ਸਾਡਾ ਭਲਾ ਹੈ। ਸਤਿਗੁਰ ਤਾਂ ਇੱਥੋਂ ਤੱਕ ਕਿਰਪਾ ਕਰ ਗਏ। ਭੀਮ ਚੰਦ ਰਾਜਾ ਸੀ ਕਹਿਲੂਰ ਦਾ। ਇੱਕ ਦਿਨ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ, ਜੀ ਤੁਹਾਡੇ ਸਿੱਖਾਂ ਵਿੱਚ ਐਡੀ ਵੱਡੀ ਪਾਵਰ ਹੈ, ਇਹ ਸਵਾ ਲੱਖ ਨਾਲ ਕੱਲਾ ਕੱਲਾ ਲੜਦਾ ਹੈ, ਇਹ ਤਾਕਤ ਸਾਨੂੰ ਵੀ ਦੇ ਦਿਓ। ਮਹਾਰਾਜ ਕਹਿੰਦੇ, ਭਾਈ ਤੁਸੀਂ ਲੈ ਲਓ। ਗੁਰੂ ਨਾਨਕ ਦੇ ਘਰ ਵਿੱਚ ਕੋਈ ਵਿਤਕਰਾ ਨਹੀਂ, ਅੰਮ੍ਰਿਤ ਛਕੋ, ਸਿੰਘ ਸਜੋ। ਇਹ ਤਾਂ ਅੰਮ੍ਰਿਤ ਦੀ ਤਾਕਤ ਹੈ। ਕਹਿੰਦਾ, ਜੀ ਅੰਮ੍ਰਿਤ ਤਾਂ ਮੈਂ ਛਕ ਲੂੰਗਾ, ਪਰ ਇੱਕ ਕੰਮ ਕਰਨਾ ਪਊ, ਸਾਡੇ ਵਾਸਤੇ ਅੱਡ ਬਾਟਾ ਤਿਆਰ ਕਰਨਾ। ਮਹਾਰਾਜ ਕਹਿੰਦੇ, ਕਿਉਂ? ਕਹਿੰਦਾ, ਜੀ ਤੁਸੀਂ ਜਦੋਂ ਅੰਮ੍ਰਿਤ ਛਕਾਉਂਦੇ ਹੋ
ਆ ਗਰੀਬ ਜਾਤੀਆਂ ਨੂੰ ਵੀ ਵਿੱਚ ਹੀ ਬਿਠਾ ਲੈਂਦੇ ਹੋ। ਇਹ ਠੀਕ ਨਹੀਂ ਹੈ ਗੱਲ। ਸਾਨੂੰ ਅੰਮ੍ਰਿਤ ਅੱਡ ਛਕਾ ਦਿਓ, ਵੋਟਾਂ ਤੁਹਾਡੀਆਂ ਹੀ ਬਣਨਗੀਆਂ, ਅਸੀਂ ਸਾਰੇ ਤੁਹਾਡੇ ਨਾਲ ਖੜਾਂਗੇ। ਮੇਰੇ ਸਤਿਗੁਰ ਕਹਿੰਦੇ ਉਹ ਭੀਮ ਚੰਦਾ ਨੱਠ ਜਾ ਇੱਥੋਂ, ਮੈਨੂੰ ਨੋਟ ਵੋਟ ਦੀ ਕੋਈ ਲੋੜ ਨਹੀਂ ਹੈ, ਸਾਨੂੰ ਤਾਂ ਗੁਰੂ ਨਾਨਕ ਦੀ ਓਟ ਹੈ। ਲੈ ਯਾਦ ਰੱਖੀ, ਤੂੰ ਬਿਤਕਰਾ ਰੱਖਦਾ ਹੈ ਨਾ, ਜਿਨ੍ਹਾਂ ਨੂੰ ਮਾੜੇ ਸਮਝਦਾ, ਨੀਚ ਸਮਝਦਾ ਹੈ, ਮੈਂ ਇਹਨਾਂ ਨੂੰ ਬਾਦਸ਼ਾਹੀਆਂ ਦੇਣੀਆਂ। ਆਖੋ ਸਤਨਾਮ ਵਾਹਿਗੁਰੂ। ਉਦੋਂ ਹੀ ਫਿਰ ਬਚਨ ਕੀਤਾ ਸੀ, 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਂ। ਕਹਿੰਦੇ 1.25 ਲੱਖ ਨਾਲ ਕੱਲਾ ਕੱਲਾ ਇਹੀ ਲੜਨਗੇ ਤਾਂ ਜਾਣੀ ਮੈਂ ਗੁਰੂ ਗੋਬਿੰਦ ਸਿੰਘ। ਆਖੋ ਸਤਨਾਮ ਵਾਹਿਗੁਰੂ। ਜਿਨ ਕੀ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਊਂ ਤਵੈ ਗੋਬਿੰਦ ਸਿੰਘ ਨਾਮ ਕਹਾਊਂ। ਕਹਿੰਦੇ ਜਿਨ੍ਹਾਂ ਦੀ ਜਾਤ ਗੋਤ ਕੁਲ ਵਿੱਚ ਸਰਦਾਰੀ ਨਹੀਂ ਸੀ, ਮੈਂ ਉਹਨਾਂ ਨੂੰ ਸਰਦਾਰ ਬਣਾਉਣਾ ਹੈ। ਕਿਰਪਾ ਵੀ ਐਸੀ ਕੀਤੀ। 4 ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਦੇ ਸਨ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ। ਤੇ 5ਵਾਂ ਸਾਹਿਬਜ਼ਾਦਾ ਮੇਰੇ ਸਤਿਗੁਰ ਭਾਈ ਜੈਤੇ ਨੂੰ ਕਹਿੰਦੇ ਹੁੰਦੇ। ਆਖੋ ਸਤਨਾਮ ਵਾਹਿਗੁਰੂ। ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਨੂੰ ਕਹਿਣਾ ਇਹ ਵੀ ਮੇਰਾ 5ਵਾਂ ਸਾਹਿਬਜ਼ਾਦਾ ਹੈ। ਕਿੰਨਾ ਪਿਆਰ ਕਰਦੇ ਸਤਿਗੁਰੂ। ਤੇ ਭਾਈ ਸਤਿਗੁਰ ਤਾਂ ਕਿਰਪਾ ਬਹੁਤ ਕਰ ਗਏ, ਪਰ ਹੁਣ ਆਪਾਂ ਪਿੱਛੇ ਰਹਿੰਦੇ ਜਾ ਰਹੇ। ਬੇਨਤੀ ਹੈ ਸਾਰਿਆਂ ਨੂੰ, ਗੁਰਬਾਣੀ ਪੜ੍ਹੋ। ਜਿਹੜੀ ਸਕੂਲਾਂ ਕਾਲਜਾਂ ਦੀ ਵਿੱਦਿਆ ਇਹ ਵੀ ਵੱਧ ਤੋਂ ਵੱਧ ਪੜ੍ਹਨੀ ਚਾਹੀਦੀ ਹੈ, ਕਿਉਂਕਿ ਜਿੱਥੇ ਵਿੱਦਿਆ ਹੈ ਉੱਥੇ ਚਾਨਣ ਹੈ। ਕਹਿੰਦੇ ਨਹੀਂ ਫੈਲੇ ਵਿੱਦਿਆ ਚਾਨਣ ਹੋਏ। ਆ ਜਾਤ ਪਾਤ ਦਾ ਰੌਲਾ ਹੈ ਬੜਾ, ਅਸੀਂ ਜ਼ੋਰ ਲਾਇਆ ਵੀ ਭਾਈ ਜਾਤ ਪਾਤ ਨਾ ਰੱਖੋ, ਤੇ ਜਿਹੜੇ ਬੱਚੇ ਪੜ੍ਹ ਜਾਣ ਨਾ, ਆ ਹੁਣ ਅੱਜ ਕੱਲ੍ਹ ਦੇਖੋ ਆਈਲੈਟਸ ਕਰਦੇ ਆ ਬੱਚੇ ਬੱਚੀਆਂ ਸਾਡੇ, ਜਿਹੜਾ ਸਾਡਾ ਬੱਚਾ ਜਾਂ ਸਾਡੀ ਬੱਚੀ ਪੜ੍ਹ ਕੇ ਚੰਗੇ ਨੰਬਰ ਲੈਂਦੀ ਆ, ਆਈਲੈਟਸ ਕਰ ਜੇ ਨਾ, ਤੇ 25-25 ਕਿੱਲਿਆਂ ਵਾਲੇ ਵੀ ਮਗਰ ਤੁਰੇ ਫਿਰਦੇ ਆ, ਤਕੜੇ ਤਕੜੇ। ਬੱਚੀ ਤੁਹਾਡੀ ਪੜ੍ਹ ਗਈ, ਅਸੀਂ ਜਾਤ ਪਾਤ ਨੂੰ ਮੰਨਦੇ ਨਹੀਂ ਹਾਂ, ਪੈਸਾ ਖਰਚ ਕਰ ਦਿਆਂਗੇ, ਮੁੰਡੇ ਨਾਲ ਵਿਆਹ ਕਰਕੇ ਇਹਨੂੰ ਬਾਹਰਲੇ ਦੇਸ਼ ਭੇਜ ਦਿਓ। ਫਿਰ ਇਹਦਾ ਕੀ ਸਮਝਾਂਗੇ ਹੁਣ ਆਪਾਂ? ਭਾਵ ਵਿੱਦਿਆ ਗੁਰੂ ਗਿਆਨ ਹੈ ਨਾ ਜਿਹਦੇ ਪੱਲੇ, ਉਸੇ ਦਾ ਹੀ ਸਤਿਕਾਰ ਹੈ। ਚੰਗਾ ਗ੍ਰੰਥੀ ਸਿੰਘ ਹੈ, ਚੰਗਾ ਕੋਈ ਕੀਰਤਨੀ ਹੈ, ਪ੍ਰਚਾਰਕ ਹੈ, ਹਾਂ ਗੁਰਮਤ ਦੇ ਰਾਹ ਤੇ ਤੁਰਨ ਵਾਲਾ ਹੋਵੇ, ਫਿਰ ਉਹਦੀ ਜਾਤ ਪਾਤ ਕੋਈ ਦੇਖਦਾ? ਗੁਰਮੁਖ ਪਿਆਰੇ ਵੱਟਾਂ ਢਹਿੰਦੀਆਂ ਜਾ ਰਹੀਆਂ, ਪਰ ਗੜਬੜ ਉਦੋਂ ਹੁੰਦੀ ਹੈ ਜਦੋਂ ਅਸੀਂ ਆਪਣਾ ਆਪ ਛੱਡਦੇ ਨਹੀਂ ਹਾਂ। ਗੁਰੂ ਉੱਚਿਆਂ ਨੂੰ ਵੀ ਤੇ ਜਿਹੜੇ ਨੀਵੇਂ ਜਿਉਂਦੇ ਆ ਉਹਨਾਂ ਨੂੰ ਵੀ ਕਬੀਰ ਸਾਹਿਬ ਨੇ ਸਮਝਾਇਆ। ਕਬੀਰ ਸਾਹਿਬ ਕਹਿੰਦੇ ਵੇਖ, ਕਬੀਰ ਹਰ ਦੀ ਪੀਅਰੀ ਚੂਨਾ ਉਜਲ ਪਾਏ, ਰਾਮ ਸਨੇਹੀ ਤਉ ਮਿਲੈ ਜੋ ਦੋਨੋਂ ਵਰਨ ਗਵਾਏ। ਕਹਿੰਦੇ ਹਲਦੀ ਦਾ ਰੰਗ ਹੈ ਪੀਲਾ ਤੇ ਚੂਨਾ ਕਲੀ ਹੁੰਦੀ ਹੈ ਚਿੱਟੀ। ਹੁਣ ਜੇ ਚਿੱਟੀ ਕਲੀ ਰਵੇ ਤੇ ਹਲਦੀ ਪੀਲੀ ਰਵੇ ਫਿਰ ਤਾਂ ਗੱਲ ਨਹੀਂ ਨਾ ਬਣਨੀ। ਪਰ ਕਹਿੰਦੇ ਉਹਨਾਂ ਵੱਲ ਵੇਖੋ, ਜਦੋਂ ਹਲਦੀ ਤੇ ਚੂਨੇ ਨੂੰ ਕਲੀ ਨੂੰ ਮਿਲਾਇਆ ਜਾਂਦਾ ਹੈ ਉਦੋਂ ਕੀ ਹੁੰਦਾ ਹੈ? ਕਬੀਰ ਹਰ ਦੀ ਪੀਰਤਨ ਹਰੈ। ਕਹਿੰਦੇ ਜਿਹੜੀ ਹਲਦੀ ਹੈ ਉਹ ਆਪਣਾ ਪੀਲਾਪਣ ਛੱਡ ਦਿੰਦੀ ਹੈ, ਚੂਨ ਚਿਹਨ ਨਾ ਰਹਾਏ। ਜਿਹੜਾ ਚੂਨਾ ਹੈ ਇਹ ਚਿੱਟਾ ਨਹੀਂ ਰਹਿੰਦਾ, ਚਿੱਟਾਪਣ ਛੱਡ ਦਿੰਦਾ ਹੈ। ਦੋਨਾਂ ਨੂੰ ਜਦੋਂ ਮਿਕਸ ਕੀਤਾ ਜਾਂਦਾ ਹੈ ਨਾ, ਮਿਲਾਇਆ ਜਾਂਦਾ ਹੈ, ਫਿਰ ਨਵਾਂ ਹੀ ਰੰਗ ਲਾਲ ਜਿਹਾ ਪੈਦਾ ਹੁੰਦਾ ਹੈ। ਇਸੇ ਤਰ੍ਹਾਂ ਦੀ ਜ਼ਿੰਦਗੀ ਆਪਾਂ ਨੂੰ ਬਣਾਉਣੀ ਪੈਣੀ ਹੈ। ਜਿਹੜੇ ਉੱਚੇ ਨੇ ਉਹਨਾਂ ਨੂੰ ਵੀ ਚਾਹੀਦਾ ਥੋੜਾ ਬਹੁਤਾ ਨੀਵਿਆਂ ਨੂੰ ਸਤਿਕਾਰ ਦੇ ਕੇ ਉੱਚੇ ਚੁੱਕਣ ਗੁਰੂ। ਤੇ ਜਿਹੜੇ ਹੇਠਲੇ ਤਲ ਤੇ ਬਿਲਕੁਲ ਨੀਵੇਂ ਬੈਠੇ ਐ ਉਹਨਾਂ ਨੂੰ ਵੀ ਚਾਹੀਦਾ ਥੋੜਾ ਬਹੁਤਾ ਗਿਆਨ ਦੀ ਗੱਲ
सुन के पल्ले बन्नण ते आप भी उच्चे होण दा यतन करन गुरमुखो, फेर ही गल बननी है। गुरु गोबिंद सिंह महाराज ने खंडे बाटे दा अमृत छकाया, खालसा साजिया। वैसे तो गुरु नानक दे महाराज तो जदों तो ही ये ज्ञान दा दीवा बलिया ना, इनू बुझाउण वास्ते हनेरियां बहुत चलियां, पर समय समय ते गुरमुख प्यारिओ हनेरियां दा मुकाबला भी सिख करते आए ने। पर गुरु गोबिंद सिंह साहिब तो बाद तो बहुत ही ज़्यादा अत्याचार हो गया। गुरु सिखां नूं खत्म करन वास्ते कई तरह दीयां चालां चलियां जांदियां। मीर मन्नू ने घरां दे विचों सिखां दीयां बीबियां नूं भी चुक चुक के शहीद कीता। गुरमुख जिथे भी कोई सिख मिले कहंदा लियाओ, जिउंदा फड़ के लियाओ, असीं तसीहे दे के मार देंगे। जे तुसीं जिउंदा नहीं लिया सकदे, कहंदे सिख दा सिर वड्ढ के लै आओ, असीं तुहानूं इनाम देवांगे। उदों भाई हालात इहे जे बने, बीबियां दे भी कई सिर वड्ढ वड्ढ के ना केस खिलार के लै जांदे भी ये सिखां दा बच्चा, इनाम लैण दे मारे। टका टका मुੱਲ पैंदा, मुर्गियां पिछे बकरियां पिछे सिखां दे सिर वड्ढदे सी लोग भी सरकारी सहायता मिलती रहे। ਸਿੰਘਣੀਆਂ ਨੂੰ भी घरां दे विचों चुक के निक्के निक्के बच्चियां दे टोटे कर कर के मीर मन्नू ने झोलियां च पाते, पर ਸਿੰਘਣੀਆਂ ने सिदक नहीं सी हारिया। आखो सतनाम श्री वाहिगुरू। सगों यही कहदियां हुंदियां जिन्ना जुल्म हुंदा कर लै, साडे कोले सबर है, असी सबर नाल इहनूं झल्लांगे। एक समा ऐसा भी आया जदों गुरमुख प्यारिओ नादर शाह हिंदुस्तान ते हमला करदा, बहुत कुछ उन्हें लुटिया, धन माल लुटिया, पैसा टका पशु डंगर लुट के लै गया सब कुछ। ते उदों भी फिर उहदा मुकाबला सिखां ने कीता। नादर शाह तो बाद जिहड़ा जकरिया खान सी, ये लाहौर का गवर्नर बनया। गुरु जिहड़ा इतिहास मैं तुहाडे नाल साझा कर रहा ना, ये करना है बाबा बोता सिंह ते बाबा गरजा सिंह दा। गुरु ये पता क्यों बेनती करदा मैं, अज जिथों गल शुरू हुई है, जात पात दा पाड़ा खत्म करके प्रेम प्यार ना रहना है। ਜਿਹੜੇ बाबा बोता सिंह ते गरजा सिख होए ने, एक जट सिख है, एक मजहबी सिख है। आखो सतनाम श्री वाहिगुरू। पर दोनों ने खेतीबाड़ी का काम धंधा रल के करना। गुरमुख प्यारिओ, खेतीबाड़ी का काम धंधा रल मिल के करना। प्रेम ऐसा पै गया, भुल ही गए भी कौन जट ते कौन मजहबी, ये भुल गए गल। इन्हां दा जिक्र करना चाहुंदा। जकरिया खान वेले होए ने, खेतीबाड़ी का काम धंधा करते हुंदे ते जकरिया खान ने यह होका दवाता सी कि कोई भी सिख पंजाब विच जिउंदा नहीं रहना चाहिए। हुण तां जिहड़ा पंजाब है ये सुंगड़ गया, होर भी गुरमुखो घट गया। पर पहला लाहौर राजधानी हुंदा सी पंजाब दी। हुण जिहड़ा पाकिस्तान दा एरिया है ना, ये सारा पंजाब ही हुंदा सी। ये तां वंड सन 47 वेले होई है। ते उदों गुरमुख प्यारिओ हुण जकरिया खान कहंदा भी जिथे भी किते सिख मिले, उहनूं जिउंदा जां मुर्दा लिआओ ते असीं इनाम देवांगे। कहंदा सिखां नूं फड़ फड़ के मारना शुरू करता। ते उस वेले हालात ऐसे बन गए, जेड़े कुछ सिंह सी
ਮੁਕਾਬਲਾ ਕਰਦੇ ਕਰਦੇ ਸ਼ਹੀਦੀਆਂ ਪਾ ਜਾਂਦੇ ਤੇ ਕੁਝ ਜੰਗਲਾਂ ਵਿੱਚ ਜਾ ਕੇ ਛੁਪ ਗਏ ਗੁਰੂ। ਤੇ ਕਈ ਉਹ ਵੀ ਸੀ ਜਿਹੜੇ ਆਪਣਾ ਵਕਤ ਵਿਚਾਰ ਕੇ ਘਰਾਂ 'ਚ ਚੁੱਪ ਕਰਕੇ ਬਹਿ ਗਏ, ਲੁਕ ਛਿਪ ਕੇ ਟਾਈਮ ਕੱਢਦੇ। ਤੇ ਉਹਨਾਂ ਦਿਨਾਂ ਵਿੱਚ ਲਾਹੌਰ ਤੋਂ ਬੋਤਾ ਸਿੰਘ ਤੇ ਗਰਜਾ ਸਿੰਘ ਇਹ ਗੁਰਮੁਖ ਪਿਆਰਿਓ ਚੱਲੇ ਪੜਾਣਾ ਪਿੰਡ ਪੈਂਦਾ, ਪੜਾਣਾ ਉੱਥੋਂ ਦਾ ਨਿਵਾਸੀ ਸੀ ਬੋਤਾ ਸਿੰਘ ਤੇ ਨਾਲ ਇਹਦੇ ਗਰਜਾ ਸਿੰਘ। ਇਹ ਲਾਹੌਰ ਤੋਂ ਚੱਲੇ, ਕਹਿੰਦੇ ਭਾਈ ਆਪਾਂ ਗੁਰੂ ਦੇ ਸਿੰਘ ਆ, ਅੰਮ੍ਰਿਤਸਰ ਸਾਹਿਬ ਚੱਲੀਏ, ਜਾ ਕੇ ਦਰਸ਼ਨ ਕਰਕੇ ਆਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਜਦੋਂ ਲਾਹੌਰ ਤੋਂ ਤੁਰੇ ਨੇ, ਚਲਦਿਆਂ ਚਲਦਿਆਂ ਗੁਰਮੁਖ ਪਿਆਰਿਓ ਲੁਕ ਛਿਪ ਕੇ ਆ ਰਹੇ ਸੀ, ਕਿਉਂਕਿ ਜਿੱਥੇ ਕਿਤੇ ਸਿੱਖ ਮਿਲਦਾ ਸੀ ਉਹਨੂੰ ਫੜ ਕੇ ਮਾਰ ਦਿੰਦੇ ਸੀ ਲੋਕ। ਲੁਕ ਛਿਪ ਕੇ ਆਉਂਦੇ ਸੀ, ਦਿਨੇ ਦਿਨੇ ਝਾੜੀ ਓਲੇ ਲੁਕ ਜਾਣਾ ਤੇ ਰਾਤ ਨੂੰ ਸਫ਼ਰ ਕਰਨਾ ਜਦੋਂ ਕੋਈ ਦੇਖੇ ਨਾ। ਲਾਹੌਰ ਤੋਂ ਚੱਲ ਕੇ ਪੈਦਲ ਪਹੁੰਚ ਗਏ ਤਰਨ ਤਾਰਨ ਸਾਹਿਬ। ਇਹ ਲਾਹੌਰ ਤੋਂ ਜਾਣ ਵਾਲੀ ਦਿੱਲੀ ਨੂੰ ਜਿਹੜੀ ਵੱਡੀ ਸੜਕ ਹੈ ਨਾ, ਜਰਨੈਲੀ ਸੜਕ ਕਿਹਾ ਜਾਂਦਾ ਸੀ, ਮੁੱਖ ਮਾਰਗ ਸੀ। ਇੱਥੇ ਪਹੁੰਚ ਗਏ, ਇਸ਼ਨਾਨ ਕੀਤਾ, ਬਾਣੀ ਪੜ੍ਹੀ, ਦਰਸ਼ਨ ਦਿਦਾਰੇ ਗੁਰਧਾਮ ਦੇ ਕੀਤੇ, ਅੱਗੇ ਨੂੰ ਤੁਰ ਪਏ ਗੁਰਮੁਖ। ਤੇ ਜਦੋਂ ਜਾਂਦੇ ਸੀ ਨਾ, ਇਹ ਕਹਿੰਦੇ ਸੀ ਵੀ ਹੁਣ ਚਲੋ ਅੰਮ੍ਰਿਤਸਰ ਵੀ ਦਰਸ਼ਨ ਕਰੀਏ। ਤਾਂ ਜਿੱਥੇ ਨੂਰਦੀਨ ਦੀ ਸ਼ਰਾਂ ਪੈਂਦੀ ਹੈ, ਹੁਣ ਤਾਂ ਉੱਥੇ ਗੁਰਦੁਆਰਾ ਸਾਹਿਬ ਬਣਿਆ ਤਰਨ ਤਾਰਨ ਸਾਹਿਬ, ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੇ ਨਾਮ ਤੇ ਗੁਰੂ। ਇਹ ਗੁਰੂ ਘਰ ਬਾਅਦ ਚ ਬਣਿਆ, ਪਰ ਉਦੋਂ ਇੰਨੀ ਵਸੋਂ ਨਹੀਂ ਸੀ ਹੁੰਦੀ ਗੁਰਮੁਖ ਪਿਆਰੇ। ਜਿੱਥੇ ਨੂਰਦੀਨ ਦੀ ਸ਼ਰਾਂ ਹੈ, ਉੱਥੇ ਜੇ ਇਹ ਝਾੜੀ ਓਲੇ ਲੁਕੇ ਬੈਠੇ ਬੋਤਾ ਸਿੰਘ ਤੇ ਗਰਜਾ ਸਿੰਘ ਦੋਵੇਂ, ਤੇ ਰਸਤੇ ਦੇ ਉੱਤੇ ਕੋਈ 2-4 ਬੰਦੇ ਤੁਰੇ ਜਾਣ, 2 ਦੇ ਤਾਂ ਫੌਜੀ ਵਰਦੀ ਪਾਈ ਹੋਈ ਤੇ 2-4 ਊਂ ਨਾਲ, ਤੇ ਉਹਨਾਂ ਦੀ ਕਿਤੇ ਨਿਗਾਹ ਪੈ ਗਈ। ਇੱਕ ਜਾਣਾ ਕਹਿੰਦਾ ਹੋ ਸਿੱਖ ਬੈਠੇ, ਦੂਜਾ ਕਹਿੰਦਾ ਕਮਲਿਆ ਸਿੱਖ ਕਿੱਥੇ? ਜ਼ਕਰੀਆ ਖਾਨ ਨੇ ਸਿੱਖ ਤਾਂ ਸਾਰੇ ਖਤਮ ਕਰਤੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖ ਨਹੀਂ ਹੈਗੇ। ਤੇ ਉਹ ਪਹਿਲਾ ਫੇਰ ਬੋਲਦਾ, ਕਹਿੰਦਾ ਨਹੀਂ ਮੈਂ ਦੇਖਿਆ ਤੇੜ ਕਸ਼ਹਿਰਾ, ਗਾਤਰੇ ਕਿਰਪਾਨ ਪਾਈ ਹੋਈ। ਕਹਿੰਦਾ ਗਾਤਰੇ ਕਿਰਪਾਨ ਪਾਈ ਹੋਈ, ਤੇੜ ਕਸ਼ਹਿਰਾ, ਚੋਲਾ ਪਾਇਆ, ਮੈਂ ਵੇਖਿਆ ਸਿੱਖ ਸੀ। ਦੂਜਾ ਫੇਰ ਕਹਿੰਦਾ ਕਮਲਿਆ ਸਿੱਖ ਹੁੰਦੇ ਤੇ ਉਹਨਾਂ ਨੇ ਛੁਪਣਾ ਸੀ ਕਿਤੇ। ਕਹਿੰਦਾ ਜਾਨ ਬਚਾਉਣ ਦੇ ਮਾਰੇ ਲੁਕੇ ਬੈਠੇ ਨੇ, ਜੇ ਸਿੱਖ ਹੁੰਦੇ ਛੁਪਦੇ ਨਾ, ਇਹ ਸਿੱਖਾਂ ਦੇ ਰੂਪ ਵਿੱਚ ਬਹਿ ਰੂਪੀਏ ਹੋਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਹ ਗੱਲ ਜਦੋਂ ਕੰਨੀ ਪਈ, ਬੋਤਾ ਸਿੰਘ ਕਹਿੰਦਾ ਗਰਜਾ ਸਿਆ ਆਪਾਂ ਕਿਹੜਾ ਬਹਿ ਰੂਪੀਏ? ਤੇ ਗਰਜਾ ਸਿੰਘ ਕਹਿੰਦਾ ਕੋਈ ਨਹੀਂ, ਕਹਿਣ ਵਾਲੇ ਤਾਂ ਬਹੁਤ ਕੁਝ ਕਹਿੰਦੇ ਹੁੰਦੇ ਆ, ਦੁਨੀਆ ਦਾ ਕਿਹੜਾ ਮੂੰਹ ਫੜ ਲੈਣਾ, ਕਹੀ ਜਾਣਦੇ ਜੋ ਕੁਝ ਕਹਿਤਾ, ਆਪਾਂ ਸਿੱਖਾਂ ਤੇ ਸਿੱਖ ਹੀ ਰਹਿਣਾ। ਪਰ ਬੋਤਾ ਸਿੰਘ ਫੇਰ ਕਹਿੰਦਾ ਨਹੀਂ ਬਈ, ਆਪਾਂ ਨੂੰ ਤਾਂ ਇਹ ਬੋਲੀ ਮਾਰ ਗਏ ਵੀ ਜੇ ਸਿੱਖ ਹੁੰਦੇ ਇਹ ਛੁਪਦੇ ਨਾ, ਆਪਾਂ ਇਹ ਬੋਲੀ ਲਾਉਣੀ ਹੈ, ਇਹਨਾਂ ਨੂੰ ਦੱਸਣਾ ਅਸੀਂ ਬਹਿ ਰੂਪੀਏ ਨਹੀਂ, ਅਸੀਂ ਸਿੱਖ ਹੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇੱਥੇ ਇੱਕ ਬੇਨਤੀ ਸਮਝ ਲਿਓ, ਇਹੇ ਜੀ ਵਿਚਾਰ ਉਹਨਾਂ ਚ ਹੁੰਦੀ ਆ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੋਵੇ। ਤੇ ਇੱਥੇ ਆਪਣੇ ਤੇ ਲਾ ਲਓ, ਗੁਰੂ ਸਾਹਿਬ ਨੇ ਤਾਂ ਸਾਡੇ ਲਈ ਬੜੀ ਕੁਰਬਾਨੀ ਕੀਤੀ। ਆ ਦਸੰਬਰ ਦਾ ਮਹੀਨਾ ਚੱਲ ਪਿਆ ਨਾ, ਸਾਰੇ ਦਾ ਸਾਰਾ ਮਹੀਨਾ ਸਿੱਖਾਂ ਤੇ ਬਹੁਤ ਕਹਿਰ ਹੋਇਆ, ਗੁਰੂ ਬੜਾ ਜ਼ੁਲਮ। ਸਤਿਗੁਰ ਨੇ ਤਾਂ ਸਾਡੇ ਲਈ
सारे सुख आराम त्यागे, अपना सरबंस कुर्बान किया। नवंबर के महीने च पहला गुरु तेग बहादुर जी का शहीदी दिहाड़ा, दसंबर के महीने विच गुरु जी के चारे साहिबजादे ते जाना तो प्यारे पुत्तां तो प्यारे सिंघां ने शहीदियां पाईयां। आनंदपुर साहिब छड्डना पिया, कादी खातर? साडी खातर। ते अपनी जमीर इन्नी मर गई, असीं अज केस दाढ़ियां रखण नूं भी तैयार नहीं। आखो सतनाम वाहिगुरू। खिमा करियो, गल बुरा ना मनायो। ऊं तां बथेरा रौला पा लांगे भी साडे नाल वितकरा हुंदा जी, लोग साडे नाल फर्क रखते हैं, पर किते आपां सोचिया? आपां भी थोड़ा बहुता सोचो कि जेड़ी सरदारी सतगुर ने दिती असीं ओनूं किन्ना क संभालिया। विरसा साडा अमीर है, आपां किन्ने कोस राह ते तुरे। पर इतिहास पढ़ के वेखो, बाबा बोता सिंह गरजा सिंह कहंदे सानू बोली वज गई भी सिख नहीं ये बह रूपीए होणगे। हुण आपां ये बोली लाउणी है। आखो सतनाम वाहिगुरू। सोचण दो में सूर में, सोचण दो में सूर में कुछ कर दिखलाइए। सोचण दो में सूर में कुछ कर दिखलाइए, कर दिखलाइए। सोचण दो में सूर में कुछ कर दिखलाइए। सोचण दो में सूर में कुछ कर दिखलाइए, कर दिखलाइए। सोचण दो में सूर में कुछ कर दिखलाइए। सोचण दो में सूर में कुछ कर दिखलाइए, कर दिखलाइए। हाँ जी, सोचण दो में सूर में कुछ कर दिखलाइए। सोचण दो में सूर में कुछ कर दिखलाइए, कर दिखलाइए। सोचण दो में सूर में कुछ कर दिखलाइए। हाँ, सोचण दो में सूर में कुछ कर दिखलाइए, कर दिखलाइए। सोचण दो में सूर में कुछ कर दिखलाइए। सोचण दो में सूर में कुछ कर दिखलाइए, कर दिखलाइए। बोली लाहुण वास्ते आ जेड़ी बोली मारी है, इनू लाउण वास्ते आपां हुण जान कुर्बान करिए। देखो प्यारे, बोली लाहुण वास्ते जिंद लेखे लाइए। बोली लाहुण वास्ते जिंद लेखे लाइए, लेखे लाइए। बोली लाहुण वास्ते जिंद लेके लाइए। बोली लाउण वास्ते जिंद लेखे लाइए, लेखे लाइए। बोली लाउण वास्ते जिंद लेके लाइए। बोली लाउण वास्ते जिंद लेके लाइए, लेके लाइए। जो दे जिउंदे मरण लई जग नूं समझाइए। जो दे जिउंदे मरण लई जग नूं समझाइए, हाँ समझाइए। मरण लई जग नूं समझाइए। जो दे जिउंदे मरण लई जग नूं समझाइए, हाँ समझाइए। जग नूं समझाइए। जोद जिउंदे मरण लई जग नूं समझाइए, नूं समझाइए। चा परवाने बनन दा, परवाना कहंदे ने पतंगे ने। जदों भी दीवा बलदा है ना, पतंगा रह नहीं सकता, भज के जांदा है, सड़ जांदा है, मच जांदा है।
पर ये कहते आपां नूं हुण समां भी आप ही जगाउणी पैनी है, दीवा भी आप ही जगाउणा पैना। एक बारी गुरमुख प्यारिओ 5-7 भमक्कड़ इकट्ठे होए बैठे, कोई वड्डा सारा मच्छर आ गया, आके कहना मैनू भी अपने विच मिला लो। कहंदे तू कौन है? कहना मैं भी पतंगा ही हाँ। वो कहंदे लगदा तां है नहीं। कहंदा परख लो। कहंदे चंगा इदां कर पिंड विच जा, वेख के आ भी किहड़े किहड़े घर दा दीवा बलिया। वो गया, गेड़ा जा दे के वापस मुड़िया आया, आके कहना फलाने फलाने घर दा दीवा बंद है ते फलाने फलाने दा जगदा है। वो कहंदे लग गया पता, तू पतंगा नहीं हैगा, सानू पता लग गया। वो कहंदे की गल? कहंदे जे तू पतंगा हुंदा दीवा जलदा वेख के वापस नहीं सी मुड़दा, उत्थे ही सड़ जांदा। आखो सतनाम वाहिगुरू। हुण क्षमा बलदी देख के पतंगा जिउंदा नहीं रह सकदा, पर बोता सिंह गरजा सिंह कहंदे क्षमा भी हुण आप ही जगाइए। चा परवाने बनन दा क्षमा आप जगाइए, चा परवाने बनन दा क्षमा आप जगाइए, आप जगाइए। चा परवाने बनन दा क्षमा आप जगाइए, चा परवाने बनन दा क्षमा आप जगाइए, आप जगाइए। चा परवाने बनन दा क्षमा आप जगाइए, चा परवाने बनन दा क्षमा आप जगाइए, आप जगाइए। हाँ जी, सोचण दो में सूर में कुछ कर दिखलाइए, सोचण दो में सूर में कुछ कर दिखलाइए, कर दिखलाइए। सोचण दो में सूर में कुछ कर दिखलाइए। हाँ जी, सोचण दो में सूर में कुछ कर दिखलाइए, कर दिखलाइए। सोचण दो में सूर में कुछ कर दिखलाइए, सोचण दो में सूर में कुछ कर दिखलाइए, कर दिखलाइए। दोवें सोचते आ, कहते कुछ ऐसा करिए समय दी सरकार नू पता लग जे भी सिख हजे जिउंदे आ। आखो सतनाम श्री वाहिगुरू। किद्दां दी अणख होएगी गुरमुख, मौत नू गले लवाउंदे फिरदे। सोच विचार करके दोवां ने की कीता, जिथे नूर दीन दी सराह है ना तरन ताਰਨ साहब लागे, उथे गुरमुख प्यारिओ नाका ला के खड़ गए। दरख्त सी एक, उन तोड़ के सड़क ते सिट लिया, जिवें फाटक लगदे है ना, इसे तरह हुण जेड़ा भी लंघदा है उन्होंने कहना भी टैक्स दे के जा। लंघण वालियां ने पूछना भी टैक्स काहदा? वो कहंदे तुहानू नहीं पता खालसे दा राज है। चलो कुछ वो सी जेड़े जद्दोजहद करदे भी राज तां जकरीए खान दा, तुहाडा कित्थों? वो कहंदे नहीं, साडा राज है, खालसे दा राज है। जगात दिओ, टैक्स दिओ। ते गुरमुख प्यारिओ गड्डे तो तां लैंदे आना, गड्डियां ते अगे समान लद के ले जांदे बोरियां भर भर, ਉਹ ਤੋਂ ਤਾਂ ਇੱਕ ਆਨਾ ਲੈਣਾ ਤੇ ਜਿਹੜਾ ਕੋਈ ਗਧੇ ਤੇ ਜਾਂ ਖੱਚਰ ਤੇ ਸਮਾਨ ਲੱਦ ਕੇ ਲਿਜਾਂਦਾ ਹੁੰਦਾ ਉਹ ਤੋਂ ਗੁਰਮੁਖ ਪਿਆਰਿਓ ਇੱਕ ਪੈਸਾ ਲੈਂਦੇ ਨੇ। ਇਸ ਤਰ੍ਹਾਂ ਟੈਕਸ ਲੈਣਾ ਸ਼ੁਰੂ ਕਰਤਾ, ਲੋਕ ਪੈਸਾ ਦੇ ਦੇ ਕੇ ਲੰਘੀ ਜਾਂਦੇ ਆ। ਇੱਕ ਦਿਨ ਲੰਘਿਆ, 2 ਦਿਨ ਲੰਘਿਆ, 3 ਦਿਨ ਲੰਘੇ, 4 ਦਿਨ ਲੰਘ ਗਏ ਤੇ ਆਪਸ ਵਿੱਚ ਫੇਰ ਇਹ ਸਲਾਹ ਕਰਦੇ ਆ।
ਗਰਜਾ ਸਿੰਘ ਕਹਿੰਦਾ ਬੋਤਾ ਸਿਆਂ 3-4 दिन हो गए ਇੱਥੇ ਖੜਿਆਂ ਨੂੰ, ਆਪਾਂ ਕਿਹੜਾ ਕੋਈ ਪੈਸੇ ਇਕੱਠੇ ਕਰਨ ਵਾਸਤੇ ਖੜੇ ਆ? ਆਪਾਂ ਕੋਈ ਪੈਸੇ ਇਕੱਠੇ ਕਰਨ ਵਾਸਤੇ ਨਹੀਂ ਇੱਥੇ ਖੜੇ। ਆਪਾਂ ਤਾਂ ਇਸ ਕਰਕੇ ਨਾਕਾ ਲਾਇਆ ਸੀ ਵੀ ਸਰਕਾਰ ਤੱਕ ਸਾਡੀ ਗੱਲ ਪਹੁੰਚੇ ਵੀ ਸਿੱਖ ਹਜੇ ਜਿਉਂਦੇ ਐ, ਉਹ ਆਉਣ ਤੇ ਆਪਾਂ ਉਹਨਾਂ ਦਾ ਮੁਕਾਬਲਾ ਕਰੀਏ, ਦੱਸੀਏ ਵੀ ਅਸੀਂ ਸਿੱਖ ਹੀ ਆ। ਲੋਕ ਆਪਾਂ ਨੂੰ ਕਹਿੰਦੇ ਨੇ ਬਹਿਰੂ ਪੀਏ ਨੇ ਇਹ, ਪਰ ਇੱਥੇ ਤੱਕ ਤਾਂ ਕੋਈ ਆਇਆ ਹੀ ਨਹੀਂ। ਫਿਰ ਗੁਰਮੁਖ ਪਿਆਰਿਓ ਬੋਤਾ ਸਿੰਘ ਨੇ ਆਪਣੇ ਵੱਲੋਂ ਇੱਕ ਚਿੱਠੀ ਲਿਖੀ। ਸਰਕਾਰੀ ਠੇਕੇਦਾਰ ਕੋਈ ਜਾਂਦਾ ਸੀ ਗੱਡਾ ਲਈ ਸਮਾਨ ਦਾ, ਉਹਨੂੰ ਕਹਿੰਦੇ ਤੈਥੋਂ ਅਸੀਂ ਟੈਕਸ ਤਾਂ ਨਹੀਂ ਲੈਣਾ, ਆ ਸਾਡੀ ਚਿੱਠੀ ਲੈ ਜਾ, ਇਹ ਜ਼ਕਰੀਏ ਖਾਨ ਨੂੰ ਜਾ ਕੇ ਦੇ ਦੀ, ਇੰਨਾ ਹੀ ਬਹੁਤ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਦੇ ਵਿੱਚ ਲਿਖਿਆ, चिट्ठी लिखे सिंह बोता, राह च खलोता, हथ विच सोटा मोटा, तेरे से राज नहीं होता, तू जाएगा दरगह रोता। आखी भाबो खानों नू, तेरा देवर है सिंह बोता, लवा जगात राह च खलोता, आना लाया गड्डे नू, पैसा लाया खोता। इस तरह चिट्ठी लिख के गुरमुखों भेजती। हुण जेड़ा बीबी खानों लिखिया ना भी आखी भाबी खानों नू, ये जकरिया खान दी भैन सी, ओदा नां सी खानों, ये बोता सिंह दे पिंड विआही होई सी। आखो सतनाम। हुण एडे वड्डे सूबेदार दी भैन नू कोई मजाक बना के रख दे, उहनूं जगाउणा सी। कहंदा आखी साडी भाबो खानों नूं भी तेरा ही देवर है बोता। हुण ये गल जदों लिख के चिट्ठी भेजी, पहुंची गुरमुख प्यारिओ लाहौर, ते उत्थे फिर दसिया भी राह दे विच 2 सिंह ने, एक दा नां है बोता सिंह, एक दा नां है गरजा सिंह। एक मजहबी सिखां चों है, एक जट सिखां चों है। पर हुण अमृत छकिया उन्होंने ते राह च ओह टैक्स लैंदे ने, चुंगी लैंदे ने, ते उन्होंने आ चिट्ठी भेजी है। जदों जकरिया खान ने चिट्ठी पढ़ी, साफ साफ लिखिया होया भी तैथों राज नहीं होता, असीं टैक्स लै रहे हैं। वो कहंदा भी राज तां अपना, ते सिंह मैं तां सुनिया सी भी सारे खत्म करते, क्योंकि इन्हें ढंडोरा पिटवाता सी आले दुआले भी मैं सिख नहीं छड्डिया कोई, सब खत्म। पर हजे सिख हैगे कहंदा। फिर 100 फौजी भेजिया गुरमुख। जलालदीन ओदा आगू सी, ओदी अगवाई विच 100 बंदे दी फौजी टुकड़ी भेजी। कहंदा भी जाओ उन्हां सिंघां नूं तुसीं खत्म करके आओ। आखो सतनाम। कहंदा जिउंदे नहीं छड्डना, खत्म करके आउणा है। कई इतिहासकार 200 की टुकड़ी लिखते हैं भी 200 टुकड़ी फौज की भेजी, 200 फौजी भेजे इन्हां नूं मारन वास्ते। जकरिया खान कहंदा जाके खत्म कर दिओ। हुण जदों लाहौर तो फौज आ रही है, जलालदीन सी आगू मुखी, उस फौज का मुखी जरनैल, ते गुरमुख प्यारिओ लाहौर तो चल के जदों पहुंचे तरन तारण साहब, ते दोवें गुरु के सिंह नाले तां आउंदे जांदियां तो टैक्स लई जाण, नाले उच्ची उच्ची कही जाण, जाको आख दिओ लाहौर सरकार नूं खालसे दा राज हो गया। आखिओ लाहौर दरबार नूं खालसे दा राज हो गया। खालसे दा राज हो गया। जाके आखिओ लाहौर दरबार नूं खालसे दा राज हो गया। लाहौर सरकार नूं खालसे दा राज हो गया। जाके आखिओ लाहौर दरबार नूं खालसे दा राज हो गया। जाके आखिओ मुगल सरकार नूं खालसे दा राज हो गया।
आखे ओ मुगल सरकार नू खालसे दा राज हो गया। आखे ओ मुगल सरकार नू खालसे दा राज हो गया। जाके आखे ओ मुगल सरकार नू खालसे दा राज हो गया। आखे ओ मुगल सरकार नू खालसे दा राज हो गया। जाके आखे ओ मुगल सरकार नू खालसे दा राज हो गया। फिर फौज जदों आई गुरमुख प्यारिओ दोवें ਸਿੰਘਾਂ ਦਾ ਇੱਥੇ ਮੁਕਾਬਲਾ ਹੋਇਆ। इस युद्ध दे विच पहला तीर चलाए जदों गरजा सिंह ते बोता सिंह दे वज्जिया ना तीर, बोता सिंह ने गुरमुख प्यारिओ खिंच के ना वाह दे विचों परे वगा मारिया। कहंदे जे कैसे है तुमरे तीर हमरा चीर ना सके शरीर। वो कहे जे तीर है साडे शरीर नूं चीर ही ना सके। ते जेड़ा जलालदीन सी वो अपनी फौज नूं कहंदा भी ऐ करो दो तां जने ने इन्हां नाल कल्ला कल्ला मुकाबला करो। हुण उन्हां नूं इह मन विच आ गया कि जेड़ा भी इन्हां नूं मारूगा उहनूं सूबेदार जकरिया खान वल्लों इनाम मिलू भी मैं मारिया। कल्ला कल्ला जाना लड़न आए। हुण इह शस्त्रां दे अभ्यासी सिख सी, रोज़ अभ्यास करदे हुंदे ते गुरमुख प्यारिओ इन्हां ने कहंदे छोटे फड़ ले दोवां ने हथ विच मुकाबला कीता। जेड़ा भी आया करे लद के सिड़ दिया करन, किसे दे सिर च मारिया किसे दे धौण च मारिया। इन्हां नूं तां हुण गुरमुखो गुरु घर दा प्यार, एक पासे पैसे पिछे लड़न वाले। फिर दो दो आए उन भी मुकाबला ना कर सके। बोता सिंह ते गरजा सिंह फेर भारू। फिर पंज पंज आए ते बोता सिंह गरजा सिंह डट के मुकाबला करते ने। जेड़े भी आया करन बोता सिंह ते गरजा सिंह ने गुरमुख प्यारिओ उन्हां नूं भी मौत दे घाट उतारिया। इस तरह 25-30 फौजी मारे गए मुगल फौजी। फिर जेड़ा जलालदीन सी कहंदा ऐ नहीं लोट आउणा काम, ये काबू च नहीं आउणे। ऐदां करो हुण कट्ठे हमला कर दो। फिर सारिਆਂ ने कट्ठिਆਂ ने जदों कीता हमला बोता सिंह गरजा सिंह दे कमर कसा ला लिया। फिर दोवां ने ना पिट्ठां जोड़ के दोवां ने पिट्ठां जोड़ के गुरमुख प्यारिओ आपस विच बन लियां, क्यों पता सी भी ये पिछों वार करनगे। हुण दोवां ने ढूइयां जोड़ के पिट्ठां जोड़ के ऐ कमर कसा उत्तों दी ला लिया। दोवां ने युद्ध कीता। गुरमुख प्यारिओ लड़दियां लड़दियां ने शहीदी पाई। आखो सतनाम। 6 फुट कद सी बोता सिंह दा, जेड़ा मजहबी सिख परिवारां चों होया। गरजा सिंह किसानी परिवार नाल संबंधित सी, पर कादी जात पात भुला के धर्म दी खातर कुर्बानी कीती। 27 जुलाई 1739 ईस्वी नूं फिर लड़दियां लड़दियां शहीदी पाई। दसता भी असी गुरु के सिंह हाँ। अज उन्हां दी याद विच गुरुद्वारा साहिब बनिया तरन तारण साहिब, जाओ दर्शन करो बाबा बोता सिंह ते गरजा सिंह दा। देखो प्यारिओ इदां दे सी वड्डे वडेरे। ये बेनती तां कीती है, बड़ी दुनिया इत्थे जन्म लै रही है, बड़ी दुनिया संसार तो जा भी रही है, पर जन्म तो लैके मौत तक जिहड़ा समा है ना जिंदगी दा, इहदे विच कुछ ऐसा कर्म चंगा जरूर करो जिहदे करके अपने पुत पोते आउण वालीआं पीढ़ियां माण नाल कह सकण भी आ साडे वडेरियां ने कीता सी। ते आपां माफ करिओ कई कर्म इहे जे करदे आ, जे किसी दे भोग ते जाईदा ना भी दसो की गल होगी, कई तां कहणगे बस चुप ही कर जो जी की दसीए, क्यों कर्म ही इहे जे है। माड़े कर्म करते हैं दसन जोगे नहीं रहिंदे। लोगां नूं कई बेदावे लिखाउणे पैंदे आ भी ये साडा कुछ नहीं लगता, क्यों कर्म माड़े ने। ते जिन्हां ने कर्म चंगे कीते हुंदे आ उन्हां नूं तां चाह ना सारा कोई अपना अपना कहंदा। आखो सतनाम श्री वाहिगुरू। इस करके भाई बेनती है करो कर्म ऐसे करे जाद दुनिया तुहाडे लई करे फरियाद दुनिया। अपना विरसा संभालो
ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਇਹਨਾਂ ਦੇ ਲੜ ਲੱਗੋ। ਨਸ਼ੇ ਪੱਤਿਆਂ ਦਾ, ਨਿੰਦਿਆ ਚੁਗਲੀ ਦਾ, ਵੈਰ ਵਿਰੋਧ ਦਾ ਖਹਿੜਾ ਛੱਡ ਕੇ ਗੁਣਾਂ ਦੀ ਸਾਂਝ ਕਰਿਆ ਕਰੋ। ਗੁਰਬਾਣੀ ਪੜ੍ਹੋ, ਆਪਣੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਓ। ਤੇ ਜਿਹੜੀ ਸਕੂਲਾਂ ਕਾਲਜਾਂ ਦੀ ਵਿੱਦਿਆ ਹੈ, ਇਹ ਵੀ ਚਾਹੇ ਪੁੱਤ ਹੈ ਚਾਹੇ ਧੀ ਹੈ, ਉਹਨਾਂ ਨੂੰ ਵੱਧ ਤੋਂ ਵੱਧ ਪੜ੍ਹਾਓ ਗੁਰਮੁਖੋ। ਫੈਲੇ ਵਿੱਦਿਆ ਚਾਨਣ ਹੋਏ। ਹੁਣ ਜ਼ਮਾਨਾ ਬਦਲ ਗਿਆ, 4 ਅੱਖਰਾਂ ਦੇ ਬੱਚੇ ਸੂਹੇ ਹੋਣਗੇ, ਕਿਸੇ ਦੂਜੇ ਦੇ ਹੱਥਾਂ ਵੱਲ ਨਹੀਂ ਝਾਕਣਗੇ। ਇਸ ਕਰਕੇ ਹਿੰਮਤ ਨਾਲ ਬੱਚਿਆਂ ਨੂੰ ਪੜ੍ਹਾਓ ਤੇ ਆਪ ਵੀ ਭਾਈ ਗੁਰਬਾਣੀ ਪੜ੍ਹਿਆ ਕਰੋ। ਜਿੰਨਾ ਹੋ ਸਕੇ ਵੱਧ ਤੋਂ ਵੱਧ ਧਰਮ ਕਰੋ, ਚੰਗੇ ਇਨਸਾਨ ਬਣੋ, ਉੱਚੇ ਉੱਚੇ ਅਹੁਦਿਆਂ ਤੇ ਆਪ ਪਹੁੰਚੋ ਹਿੰਮਤ ਕਰਕੇ। ਤੇ ਜਿਉਂਦੇ ਜਿਉਂਦੇ ਜਿਹੜੇ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਹੋ, ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਜ਼ਰੂਰ ਬਣੋ ਗੁਰਮੁਖ।